Good morning, students. Today, I'm Archana Shahi, lecturer commerce, here to discuss about the topic that is a planning process or steps in the planning. Planning process means that what are the various steps to be followed while planning. ਮਤਲਬ ਕੀ ਹੁੰਦਾ ਹੈ ਕਿ ਜਿਹੜਾ ਵੀ ਪਲੈਨਿੰਗ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਸਾਨੂੰ ਕਿਹੜੇ ਕਿਹੜੇ ਸਟੈਪਸ ਜਿਹੜੇ ਹੋਣਗੇ ਜਿਹੜਾ ਪ੍ਰੋਸੈਸ ਜਿਹੜਾ ਹੋਏਗਾ ਫੋਲੋ ਕਰਨਾ ਪਏਗਾ ਤਾਂ ਕਿ ਅਸੀਂ ਪ੍ਰੋਪਰਲੀ ਆਪਣੇ ਆਬਜੈਕਟਿਵਸ ਨੂੰ ਤਾਂ ਕਿ ਅਸੀਂ ਆਪਣੇ ਜਿਹੜਾ ਬਿਜ਼ਨਸ ਹੈ ਉਹਨੂੰ ਪ੍ਰੋਪਰਲੀ ਚਲਾ ਸਕੀਏ ਠੀਕ ਹੈ ਜੀ ਇਹ ਸਾਨੂੰ ਸਟੈਪਸ ਜਿਹੜੇ ਨੇ ਇੱਕ ਸੀਰੀਅਲ ਆਰਡਰ ਵਾਈਜ਼ ਹੀ ਫੋਲੋ ਕਰਨੇ ਪੈਣਗੇ ਉਸ ਤੋਂ ਬਾਅਦ ਅਸੀਂ ਕਹਾਂਗੇ ਕਿ ਸਾਡੀ ਜਿਹੜੀ ਬਿਜ਼ਨਸਮੈਨ ਹੈ ਉਹ ਆਪਣੇ ਆਬਜੈਕਟਿਵਸ ਨੂੰ ਅਚੀਵ ਕਰ ਸਕਦੇ ਹਨ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਜਾਂਦਾ ਹੈ ਕਿ ਅਵੇਅਰਨੈਸ ਆਫ ਓਪਰਚੁਨਿਟੀਜ਼ ਅਵੇਅਰਨੈਸ ਓਪਰਚੁਨਿਟੀਜ਼ ਦਾ ਮਤਲਬ ਕੀ ਹੁੰਦਾ ਕਿ ਆਪਾਂ ਨੂੰ ਪਤਾ ਹੈ ਕਿ ਇਟ ਇਜ਼ ਨਾਟ ਦਾ ਪਾਰਟ ਆਫ ਦਾ ਪਲੈਨਿੰਗ ਠੀਕ ਹੈ ਇਹ ਪਲੈਨਿੰਗ ਦਾ ਪਾਰਟ ਨਹੀਂ ਹੈ ਕਿਉਂ ਨਹੀਂ ਹੈ ਪਲੈਨਿੰਗ ਦਾ ਪਾਰਟ ਬਿਕੋਜ਼ ਇਹ ਹਮੇਸ਼ਾ ਪ੍ਰੋਸੀਡਸ ਕਰਦਾ ਆਪਣੀ ਪਲੈਨਿੰਗ ਤੋਂ ਠੀਕ ਹੈ ਪਲੈਨਿੰਗ ਤੋਂ ਹਮੇਸ਼ਾ ਪਹਿਲਾਂ ਹੀ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਕੋਲ ਓਪਰਚੁਨਿਟੀਜ਼ ਹੋਣਗੇ ਤਾਂ ਹੀ ਅਸੀਂ ਕੀ ਕਰਦੇ ਹਾਂ ਜੀ ਪਲੈਨਿੰਗ ਕਰਦੇ ਹਾਂ ਠੀਕ ਹੈ ਤਾਂ ਓਪਰਚੁਨਿਟੀਜ਼ ਜਿਹੜੀਆਂ ਹੁੰਦੀਆਂ ਨੇ ਆਪਣੇ ਪ੍ਰੈਜ਼ੈਂਟ ਹੁੰਦੀਆਂ ਨੇ ਕਿਹੜੇ ਇਨਵਾਇਰਮੈਂਟਸ ਪ੍ਰੈਜ਼ੈਂਟ ਹੁੰਦੀਆਂ ਨੇ ਮੋਸਟਲੀ ਓਪਰਚੁਨਿਟੀਜ਼ ਸਾਡੇ ਐਕਸਟਰਨਲ ਇਨਵਾਇਰਮੈਂਟਸ ਵੀ ਪ੍ਰੈਜ਼ੈਂਟ ਹੁੰਦੀਆਂ ਨੇ ਸਾਡੇ ਇੰਟਰਨਲ ਇਨਵਾਇਰਮੈਂਟਸ ਵੀ ਪ੍ਰੈਜ਼ੈਂਟ ਹੁੰਦੀਆਂ ਨੇ ਠੀਕ ਹੈ ਜੀ ਤਾਂ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਜਿਹੜਾ ਮੈਨੇਜਰ ਹੁੰਦਾ ਹੈ ਉਹਨੂੰ ਆਪਣੇ ਜਿਹੜੀ ਮਤਲਬ ਕਿ ਇੰਟਰਨਲ ਅਤੇ ਐਕਸਟਰਨਲ ਇਨਵਾਇਰਮੈਂਟਸ ਦੇ ਰਿਗਾਰਡਿੰਗ ਅਵੇਅਰ ਹੋਣਾ ਪੈਂਦਾ ਠੀਕ ਹੈ ਜੀ ਤਾਂ ਇਹ ਵੀ ਮੰਨ ਕੇ ਚੱਲਾਂਗੇ ਕਿ ਜਿਹੜਾ ਮੈਨੇਜਰ ਹੁੰਦਾ ਹੈ ਹੀ ਹੈਜ਼ ਟੂ ਮੇਕ ਹਿਮਸੈਲਫ ਅਵੇਅਰ ਅਬਾਊਟ ਦਾ ਪ੍ਰੋਬਲਮਸ ਔਰ ਚੈਲੰਜਸ ਵਿਚ ਆਰ ਬੀਇੰਗ ਪ੍ਰੈਜ਼ੈਂਟ ਇਨ ਦਾ ਇਨਵਾਇਰਮੈਂਟ ਆਪਾਂ ਇਹ ਵੀ ਕਹਾਂਗੇ ਕਿ ਸਾਡੇ ਕੋਲ ਓਪਰਚੁਨਿਟੀਜ਼ ਤਾਂ ਹੁੰਦੀਆਂ ਹੀ ਨੇ ਬਟ ਸਾਨੂੰ ਕਹਿੰਦੇ ਕਈ ਵਾਰ ਕੀ ਹੁੰਦਾ ਕਿ ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ ਨੇ ਅਤੇ ਸਾਨੂੰ ਚੈਲੰਜਸ ਵੀ ਫੇਸ ਕਰਨੇ ਪੈਂਦੇ ਨੇ ਠੀਕ ਹੈ ਤਾਂ ਸਾਨੂੰ ਜਿਹੜੇ ਪ੍ਰੋਬਲਮਸ ਅਤੇ ਚੈਲੰਜਸ ਫੇਸ ਕਰਨੇ ਪੈ ਰਹੇ ਨੇ ਤਾਂ ਉਹਨਾਂ ਦੇ ਰਿਗਾਰਡਿੰਗ ਵੀ ਜਿਹੜਾ ਬਿਜ਼ਨਸ ਮੈਨੇਜਰ ਹੋਏਗਾ ਉਹਨੂੰ ਅਵੇਅਰ ਹੋਣਾ ਪਏਗਾ ਠੀਕ ਹੈ ਅਗਰ ਸਾਡੇ ਕੋਲ ਬਿਜ਼ਨਸਮੈਨ ਸਾਡਾ ਅਵੇਅਰ ਹੈ ਤਾਂ ਹੀ ਸਾਡੀ ਓਪਰਚੁਨਿਟੀਜ਼ ਨੂੰ ਕੀ ਕਰ ਸਕਦਾ ਪ੍ਰੋਪਰਲੀ ਅਵੇਲ ਕਰ ਸਕਦਾ ਐਂਡ ਜਿਹੜੇ ਵੀ ਸਾਡੇ ਚੈਲੰਜਸ ਨੇ ਉਹਨਾਂ ਨੂੰ ਕੀ ਕਰ ਸਕਦਾ ਫੇਸ ਕਰ ਸਕਦਾ ਠੀਕ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਮੈਨੇਜਰ ਹੋਏਗਾ ਉਹਨੂੰ ਇਹ ਵੀ ਅੰਡਰਸਟੈਂਡ ਕਰਨਾ ਪਏਗਾ ਕਿ ਜੋ ਵੀ ਸਾਡੇ ਕੋਲ ਓਪਰਚੁਨਿਟੀਜ਼ ਅਵੇਲੇਬਲ ਨੇ ਉਹਨਾਂ ਦੀ ਸਟਰੈਂਥਸ ਕੀ ਨੇ ਉਹਨਾਂ ਦੀ ਵੀਕਨੈਸਿਸ ਕੀ ਨੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਟਰੈਂਥ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਪ੍ਰੋਸ ਅਤੇ ਕੌਨਸ ਕੀ ਨੇ ਠੀਕ ਹੈ ਜੀ ਵੀਕਨੈਸ ਦਾ ਮਤਲਬ ਕੌਨਸ ਕੀ ਨੇ ਠੀਕ ਹੈ ਤਾਂ ਜੋ ਵੀ ਅਸੀਂ ਰੀਅਲਿਸਟਿਕ ਗੋਲਸ ਜਿਹੜੇ ਨੇ ਸੈੱਟ ਕਰਨੇ ਨੇ ਤਾਂ ਸਾਨੂੰ ਉਹਦੇ ਰਿਗਾਰਡਿੰਗ ਕੀ ਕਰਨਾ ਪਏਗਾ ਅਵੇਅਰਨੈਸ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਸਾਡੇ ਦਿਮਾਗ ਦੇ ਵਿੱਚ ਮੈਨੇਜਰ ਦੇ ਦਿਮਾਗ ਦੇ ਵਿੱਚ ਓਪਰਚੁਨਿਟੀਜ਼ ਚੱਲ ਰਹੀਆਂ ਨੇ ਜਾਂ ਆਪਾਂ ਕਹਾਂਗੇ ਸਾਨੂੰ ਬਿਜ਼ਨਸ ਦੇ ਵਿੱਚ ਕੋਈ ਓਪਰਚੁਨਿਟੀ ਅਵੇਲੇਬਲ ਹੈ ਮਾਰਕੀਟ 'ਚ ਅਵੇਲੇਬਲ ਹੈ ਤਾਂ ਅਸੀਂ ਉਹ ਗ੍ਰੈਪਸ ਉਦੋਂ ਹੀ ਕਰਾਂਗੇ ਜੇ ਸਾਡੀ ਪ੍ਰੋਪਰਲੀ ਸਾਨੂੰ ਕੋਈ ਕਿਸੇ ਚੀਜ਼ ਦੀ ਅਵੇਅਰਨੈਸ ਹੈ ਠੀਕ ਹੈ ਜੀ ਨੈਕਸਟ ਆ ਜਾਂਦਾ ਹੈ ਕਿ ਸੈਟਿੰਗ ਆਫ ਆਬਜੈਕਟਿਵ ਦਾ ਮਤਲਬ ਕੀ ਹੁੰਦਾ ਹੈ ਕਿ ਪਲੈਨਿੰਗ ਜਿਹੜੀ ਹੁੰਦੀ ਹੈ ਹਮੇਸ਼ਾ ਆਪਣੀ ਸੈਕਿੰਡ ਪ੍ਰੋਸੈਸ ਤੋਂ ਹੀ ਸਟਾਰਟ ਹੋਏਗੀ ਠੀਕ ਹੈ ਸੈਕਿੰਡ ਜਿਹੜਾ ਸਟੈਪ ਹੈ ਪ੍ਰੋਸੈਸ ਦਾ ਉਸ ਤੋਂ ਹੀ ਸਟਾਰਟ ਹੋਏਗੀ ਕਿਉਂ ਹੋਏਗੀ ਕਿਉਂਕਿ ਜਿਹੜੀ ਅਵੇਅਰਨੈਸ ਆਫ ਓਪਰਚੁਨਿਟੀਜ਼ ਹੈ ਉਹ ਸਾਡੀ ਇੱਕ ਪਲੈਨਿੰਗ ਦਾ ਪਾਰਟ ਨਹੀਂ ਹੈ ਠੀਕ ਹੈ ਤਾਂ ਸੈਟਿੰਗ ਆਫ ਆਬਜੈਕਟਿਵਸ ਦਾ ਮਤਲਬ ਕੀ ਹੁੰਦਾ ਕਿ ਕੋਈ ਵੀ ਪਲੈਨਿੰਗ ਕਰਨ ਤੋਂ ਪਹਿਲਾਂ ਠੀਕ ਹੈ ਸਾਨੂੰ ਸਟਾਰਟ ਕਰਨਾ ਪਏਗਾ ਕਿ ਸਾਡੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਆਬਜੈਕਟਿਵ ਹੋਣਾ ਚਾਹੀਦਾ ਠੀਕ ਹੈ ਆਬਜੈਕਟਿਵ ਜਿਹੜਾ ਹੋਣਾ ਚਾਹੀਦਾ ਸਾਡਾ ਇੱਕ ਸੈੱਟ ਕਰਨਾ ਪਏਗਾ ਸਾਨੂੰ ਉਸ ਤੋਂ ਬਾਅਦ ਹੀ ਆਪਾਂ ਕਹਾਂਗੇ ਕਿ ਬਿਜ਼ਨਸ ਆਬਜੈਕਟਿਵ ਦੇ ਰਿਗਾਰਡਿੰਗ ਅਸੀਂ ਕੀ ਕਰਾਂਗੇ ਪਲੈਨਿੰਗ ਕਰਾਂਗੇ ਠੀਕ ਹੈ ਜੀ ਤਾਂ ਆਬਜੈਕਟਿਵਸ ਜਿਹੜੇ ਹੋਣਗੇ ਉਹ ਸ਼ਾਰਟ ਵੀ ਹੋ ਸਕਦੇ ਨੇ ਤਾਂ ਲੌਂਗ ਵੀ ਹੋ ਸਕਦੇ ਨੇ ਠੀਕ ਹੈ ਆਬਜੈਕਟਿਵ ਜਿਹੜੇ ਆਪਾਂ ਮੰਨ ਕੇ ਚੱਲਾਂਗੇ ਕਿ ਇੱਕ ਤਰ੍ਹਾਂ ਦੇ ਐਂਡ ਰਿਜ਼ਲਟਸ ਹੁੰਦੇ ਨੇ ਠੀਕ ਹੈ ਜਿਹਦੇ ਵਿੱਚ ਆਪਾਂ ਕਹਾਂਗੇ ਕਿ ਸਾਰੇ ਦੇ ਸਾਰੇ ਜਿਹੜੇ ਬਿਜ਼ਨਸ ਐਫਰਟਸ ਹੁੰਦੇ ਨੇ ਉਹ ਆਪਾਂ ਪੂਰੇ ਦੇ ਪੂਰੇ ਲਗਾ ਦਿੰਦੇ ਹਾਂ ਠੀਕ ਹੈ ਜਿਨ੍ਹਾਂ ਨੂੰ ਅਸੀਂ ਅਚੀਵ ਕਰਨਾ ਹੁੰਦਾ ਹੈ ਆਬਜੈਕਟਿਵਸ ਨੂੰ ਆਪਾਂ ਇਹ ਵੀ ਮੰਨ ਕੇ ਚੱਲਾਂਗੇ ਕਿ ਜਿਹੜੇ ਐਂਟਰਪ੍ਰਾਈਜ਼ ਆਬਜੈਕਟਿਵਸ ਹੁੰਦੇ ਨੇ ਉਹ ਸਾਨੂੰ ਕੀ ਕਰਦੇ ਨੇ ਇੱਕ ਤਰ੍ਹਾਂ ਦੀ ਡਾਇਰੈਕਸ਼ਨ ਪ੍ਰੋਵਾਈਡ ਕਰਦੇ ਨੇ ਤਾਂ ਕਿ ਅਸੀਂ ਉਹਨਾਂ ਨੂੰ ਪ੍ਰੋਪਰਲੀ ਕੀ ਕਰ ਸਕੀਏ ਜਿਹੜੇ ਸਾਡੇ ਪਲਾਨਸ ਨੇ ਠੀਕ ਹੈ ਉਹ ਸਾਡੀ ਹੈਲਪ ਕਰਨਗੇ ਸਾਨੂੰ ਡਾਇਰੈਕਸ਼ਨ ਪ੍ਰੋਵਾਈਡ ਕਰਨਗੇ ਸਾਡੇ ਆਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਠੀਕ ਹੈ ਸੋ ਆਪਣੇ ਆਬਜੈਕਟਿਵ ਜਿਹੜੇ ਹੋਣਗੇ ਸਾਨੂੰ ਸੈਟਿੰਗ ਕਰਨੀ ਪਏਗੀ ਸਭ ਤੋਂ ਪਹਿਲਾਂ ਆਪਣੇ ਆਬਜੈਕਟਿਵਸ ਦੀ ਉਸ ਤੋਂ ਬਾਅਦ ਹੀ ਅਸੀਂ ਨੈਕਸਟ ਪ੍ਰੋਸੈਸ ਜਿਹੜਾ ਹੋਊਗਾ ਪਲੈਨਿੰਗ ਦਾ ਕੰਪਲੀਟ ਕਰਾਂਗੇ ਨੈਕਸਟ ਆ ਜਾਂਦਾ ਜੀ ਕੰਸੀਡਰਿੰਗ ਦਾ ਪਲੈਨਿੰਗ ਪ੍ਰੈਮਿਸਿਸ ਪਲੈਨਿੰਗ ਪ੍ਰੈਮਿਸਿਸ ਦਾ ਮਤਲਬ ਕੀ ਹੁੰਦਾ ਕਿ ਸਾਡੇ ਕੋਈ ਨਾ ਕੋਈ ਅਜ਼ੰਪਸ਼ਨਸ ਹੁੰਦੀਆਂ ਨੇ ਠੀਕ ਹੈ ਸਾਡੇ ਇਨਵਾਇਰਮੈਂਟ ਦੇ ਰਿਗਾਰਡਿੰਗ ਜਿਨ੍ਹਾਂ ਦੇ ਰਿਗਾਰਡਿੰਗ ਅਸੀਂ ਕੀ ਕਰਦੇ ਹਾਂ ਜੀ ਪਲੈਨਿੰਗ ਕਰਦੇ ਹਾਂ ਠੀਕ ਹੈ ਪ੍ਰੈਮਾਈਸਿਸ ਦਾ ਮਤਲਬ ਕੀ ਹੋਵੇਗਾ ਕਿ ਸਾਡੇ ਕੋਈ ਨਾ ਕੋਈ ਅਜ਼ੰਪਸ਼ਨਸ ਹੋਣਗੇ ਜਿਨ੍ਹਾਂ ਦੇ ਰਿਗਾਰਡਿੰਗ ਅਸੀਂ ਕੀ ਕਰਾਂਗੇ ਇਨਵਾਇਰਮੈਂਟ ਦੇ ਵਿੱਚ ਜਿਨ੍ਹਾਂ ਦੇ ਰਿਗਾਰਡਿੰਗ ਅਸੀਂ ਕੀ ਕਰਾਂਗੇ ਵੀ ਹੈਵ ਟੂ ਮੇਕ ਦਾ ਪਲਾਨਸ ਔਰ ਵੀ ਹੈਵ ਟੂ ਕੈਰੀਡ ਆਊਟ ਦਾ ਪਲਾਨਸ ਆਪਾਂ ਇਹ ਵੀ ਕਹਾਂਗੇ ਕਿ ਇਟ ਇਜ਼ ਵੈਰੀ ਇੰਪੋਰਟੈਂਟ ਦੈਟ ਆਲ ਦਾ ਮੈਨੇਜਰਸ ਐਗਰੀ ਔਨ ਦਾ ਪ੍ਰੈਮਾਈਸਿਸ ਫਾਰਮਡ ਇਹਦਾ ਮਤਲਬ ਕੀ ਹੁੰਦਾ ਕਿ ਜਿਹੜੇ ਵੀ ਆਪਣੇ ਮੈਨੇਜਰਸ ਹੋਣਗੇ ਉਹ ਸਾਰੇ ਦੇ ਸਾਰੇ ਅਜ਼ੰਪਸ਼ਨਸ ਦੇ ਉੱਤੇ ਕੀ ਹੋਣੇ ਚਾਹੀਦੇ ਨੇ ਜੀ ਐਗਰੀ ਵੀ ਕਰਨੇ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਇਹ ਵੀ ਕਹਾਂਗੇ ਕਿ ਜਿਹੜਾ ਫਿਊਚਰ ਹੁੰਦਾ ਆਪਾਂ ਨੂੰ ਪਤਾ ਕਿ ਕੰਪਲੈਕਸ ਹੁੰਦਾ ਠੀਕ ਹੈ ਇਟ ਇਜ਼ ਨਾਟ ਫਿਜ਼ੀਬਲ ਐਂਡ ਰੀਅਲਿਸਟਿਕ ਟੂ also to work on the assumptions regarding every minute detail of the environment
ਠੀਕ ਹੈ ਜੀ। ਸਾਨੂੰ ਪਤਾ ਹੈ ਕਿ ਫਿਊਚਰ ਜਿਹੜਾ ਹੁੰਦਾ ਹਮੇਸ਼ਾ ਕੰਪਲੈਕਸ ਹੁੰਦਾ ਤੇ ਅਨਸਰਟੇਨ ਹੁੰਦਾ, ਠੀਕ ਹੈ, ਜਿਹੜਾ ਫਿਜ਼ੀਬਲ ਨਹੀਂ ਵੀ ਹੋ ਸਕਦਾ ਤੇ ਰੀਅਲਿਸਟਿਕ ਨਹੀਂ ਵੀ ਹੋ ਸਕਦਾ, ਠੀਕ ਹੈ। ਸੋ ਸਾਨੂੰ ਅਜ਼ੰਪਸ਼ਨਸ ਇਸ ਤਰ੍ਹਾਂ ਦੀਆਂ ਰੱਖਣੀਆਂ ਚਾਹੀਦੀਆਂ ਨੇ, ਮਤਲਬ ਅਜ਼ਿਊਮ ਕਰਨਾ ਚਾਹੀਦਾ ਹੈ ਕਿ ਅਸੀਂ ਫਿਊਚਰ ਦੇ ਰਿਗਾਰਡਿੰਗ ਇਸ ਤਰ੍ਹਾਂ ਦਾ ਪਲਾਨ ਬਣਾਈਏ ਤਾਂ ਕਿ ਸਾਨੂੰ ਫਿਊਚਰ ਜਾ ਕੇ ਕੋਈ ਪ੍ਰੋਬਲਮ ਫੇਸ ਨਾ ਕਰਨੀ ਪੈ ਸਕੇ, ਠੀਕ ਹੈ ਜੀ, ਕਿਉਂਕਿ ਇਨਵਾਇਰਨਮੈਂਟ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਹੜੀ ਹੈ ਸਾਨੂੰ ਫੇਸ ਕਰਨੀ ਪੈ ਸਕਦੀ ਹੈ। ਸੋ ਪ੍ਰੀਮਾਈਸਿਸ ਦਾ ਮਤਲਬ ਕੀ ਹੁੰਦਾ ਕਿ ਸਾਨੂੰ ਪੋਲੀਟੀਕਲੀ, ਐਥੀਕਲੀ, ਫਿਜ਼ੀਕਲ ਪ੍ਰਾਈਸਿੰਗ ਹੋ ਗਿਆ, ਡਿਮਾਂਡ ਹੋ ਗਿਆ, ਕੰਪੀਟੀਸ਼ਨ ਹੋ ਗਿਆ, ਇਸ ਤਰ੍ਹਾਂ ਦੇ ਫਾਰਮ ਕਰਨੇ ਚਾਹੀਦੇ ਨੇ ਕਿ ਸਾਡੇ ਪਲਾਨਸ ਦੇ ਰਿਗਾਰਡਿੰਗ ਸਾਨੂੰ ਕੋਈ ਪ੍ਰੋਬਲਮ ਫੇਸ ਕਰਨਾ ਨਾ ਪੈ ਸਕੇ, ਠੀਕ ਹੈ ਜੀ। ਸਾਰੀ ਦੀ ਸਾਰੀ ਜਿਹੜੀ ਫੋਰਕਾਸਟਿੰਗ ਹੋਏਗੀ ਸਾਡੀ, ਜਾਂ ਆਪਾਂ ਕਹਾਂਗੇ ਕਿ ਜਿਹੜੀ ਪਲੈਨਿੰਗ ਹੋਏਗੀ, ਸਾਡਾ ਫਿਊਚਰ ਕੋਰਸ ਆਫ ਐਕਸ਼ਨ ਹੋਏਗਾ, ਕਿਸ 'ਤੇ ਡਿਪੈਂਡ ਕਰੇਗਾ, ਸਾਡੇ ਪ੍ਰੀਮਾਈਸਿਸ 'ਤੇ ਡਿਪੈਂਡ ਕਰੇਗਾ, ਠੀਕ ਹੈ ਜੀ। ਨੈਕਸਟ ਸਟੈਪ ਆ ਜਾਂਦਾ ਸਾਡਾ ਆਈਡੈਂਟੀਫਾਈਂਗ ਦਾ ਆਲਟਰਨੇਟਿਵ ਕੋਰਸਿਸ। ਆਲਟਰਨੇਟਿਵ ਕੋਰਸਿਸ ਦਾ ਮਤਲਬ ਕੀ ਹੁੰਦਾ ਕਿ ਸਾਡੇ ਕੋਲ ਨੰਬਰ ਆਫ ਆਪਸ਼ਨਸ ਜਾਂ ਨੰਬਰ ਆਫ ਆਲਟਰਨੇਟਿਵ ਕੋਰਸਿਸ ਜਿਹੜੇ ਹੁੰਦੇ ਨੇ ਅਵੇਲੇਬਲ ਹੁੰਦੇ ਨੇ ਜਦੋਂ ਅਸੀਂ ਇੱਕ ਵਾਰੀ ਪ੍ਰੀਮਾਈਸਿਸ ਜਿਹੜੇ ਨੇ ਫਾਰਮ ਕਰ ਚੁੱਕੇ ਹਾਂ, ਠੀਕ ਹੈ। ਨੈਕਸਟ ਸਟੈਪ ਸਾਡਾ ਹੀ ਹੁੰਦਾ ਕਿ ਅਸੀਂ ਉਹਨਾਂ ਆਲਟਰਨੇਟਿਵ ਕੋਰਸਿਸ ਨੂੰ ਕੀ ਕਰਨਾ, ਆਈਡੈਂਟੀਫਾਈ ਕਰਨਾ। ਆਈਡੈਂਟੀਫਾਈ ਦਾ ਮਤਲਬ ਕੀ ਹੁੰਦਾ, ਫਾਈਂਡ ਆਊਟ ਕਰਨਾ, ਠੀਕ ਹੈ। ਇਹਨਾਂ ਸਾਰੇ ਆਲਟਰਨੇਟਿਵ ਕੋਰਸਿਸ ਦੀ ਵੀਕਨੈਸਿਸ ਹੋ ਗਏ, ਲਿਮਿਟੇਸ਼ਨਸ ਹੋ ਗਏ, ਉਹਨਾਂ ਦੇ ਸਟਰੈਂਥਸ ਕੀ ਨੇ, ਉਹਨਾਂ ਦੇ ਪ੍ਰੋਜ਼ ਕੀ ਨੇ, ਉਹਨਾਂ ਨੂੰ ਆਰਗੇਨਾਈਜੇਸ਼ਨ ਦੇ ਵਿੱਚ ਸਾਨੂੰ ਬੈਨੀਫਿਟਸ ਕੀ ਹੋਣਗੇ ਅਗਰ ਅਸੀਂ ਆਲਟਰਨੇਟਿਵ ਕੋਰਸਿਸ ਕੋਈ ਵੀ ਸਿਲੈਕਟ ਕਰਦੇ ਹਾਂ, ਠੀਕ ਹੈ। ਤਾਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਕੀ ਕਰਦੇ ਹਾਂ ਜੀ, ਜਿੰਨੇ ਵੀ ਸਾਡੇ ਕੋਲ ਆਲਟਰਨੇਟਿਵ ਕੋਰਸਿਸ ਹੋਣਗੇ ਉਹਨਾਂ ਦੀ ਇੱਕ ਪ੍ਰੋਪਰਲੀ ਲਿਸਟ ਤਿਆਰ ਕਰ ਲਾਂਗੇ। ਉਸ ਤੋਂ ਬਾਅਦ ਸਾਡੇ ਕੋਲ ਜਿਹੜੇ ਰਿਸੋਰਸਿਸ ਅਵੇਲੇਬਲ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਮੈਚ ਕਰਾਂਗੇ ਕਿ ਸਾਡੇ ਕੋਲ ਸਟਰੈਂਥ ਕੀ ਹੈ, ਵੀਕਨੈਸਿਸ ਕੀ ਨੇ ਉਹਨਾਂ ਆਲਟਰਨੇਟਿਵ ਕੋਰਸਿਸ ਦੀ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਜੀ, ਉਹਨਾਂ ਨੂੰ ਮਿਨੀਮਮ ਕਰ ਲਾਂਗੇ। ਜਿਹੜੇ ਸਾਡੇ ਆਲਟਰਨੇਟਿਵ ਕੋਰਸਿਸ ਸਾਨੂੰ ਬੈਸਟ ਸੂਟੇਬਲ ਹੋਣਗੇ ਉਹਨਾਂ ਨੂੰ ਅਸੀਂ ਕੀ ਕਰਾਂਗੇ ਜੀ, ਸਿਲੈਕਟ ਕਰ ਲਾਂਗੇ। ਜਿਹੜੇ ਅਨਸੂਟੇਬਲ ਹੋਣਗੇ, ਮੀਨਸ ਇੰਪੋਸੀਬਲ ਹੋਣਗੇ ਅਚੀਵ ਕਰਨੇ, ਉਹਨਾਂ ਨੂੰ ਅਸੀਂ ਕੀ ਕਰ ਦਾਂਗੇ ਜੀ, ਰਿਡਿਊਸ ਕਰ ਦਾਂਗੇ, ਮਤਲਬ ਅਸੀਂ ਐਕਸੈਪਟ ਨਹੀਂ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲ ਕੀ ਹੋਏਗਾ, ਇੱਕ ਪ੍ਰੋਪਰਲੀ ਪਲਾਨ ਕਰਾਂਗੇ ਜਿਹੜੇ ਵੀ ਸਾਡੇ ਆਲਟਰਨੇਟਿਵ ਕੋਰਸਿਸ ਸਾਡੇ ਅਸੀਂ ਸਿਲੈਕਟ ਕੀਤੇ ਨੇ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਕੀ ਹੋਏਗਾ, ਐਟ ਦ ਸੇਮ ਟਾਈਮ ਇਟ ਮੇ ਬੀ ਪੋਸੀਬਲ ਦੈਟ ਦ ਆਲਟਰਨੇਟਿਵਸ ਡੂ ਨਾਟ ਪ੍ਰੂਵ ਟੂ ਦ ਬੈਸਟ। ਇੱਕ ਵਾਰੀ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਫੇਸ ਕਰਨੀ ਹੋ ਸਕਦੀ ਹੈ ਕਿ ਸਾਡੇ ਕੋਲ ਜਿਹੜੇ ਆਲਟਰਨੇਟਿਵਸ ਅਸੀਂ ਸਿਲੈਕਟ ਕੀਤੇ ਨੇ ਉਹਨਾਂ ਦੇ ਰਿਗਾਰਡਿੰਗ ਇਹ ਹੋ ਸਕਦਾ ਕਿ ਸਾਨੂੰ ਮਤਲਬ ਫਿਊਚਰ ਦੇ ਵਿੱਚ ਜਾ ਕੇ ਸਾਨੂੰ ਜਿਹੜੇ ਅਸੀਂ ਆਲਟਰਨੇਟਿਵ ਸਿਲੈਕਟ ਕੀਤੇ ਨੇ ਉਹ ਸਾਡੇ ਪ੍ਰੋਪਰਲੀ ਫਿਟ ਹੀ ਨਾ ਕਰਨ ਸਾਡੇ ਆਬਜੈਕਟਿਵਸ ਦੇ ਰਿਲੇਟਡ। ਸੋ ਸਾਨੂੰ ਕੀ ਕਰਨਾ ਪਏਗਾ, ਐਟ ਦੀ ਐਂਡ ਸਾਨੂੰ ਫਿਰ ਅਗੇਨ ਪਲੈਨਿੰਗ ਕਰਨੀ ਪਏਗੀ। ਦੈਨ ਆਲਟਰਨੇਟਿਵ ਸਾਡੇ ਜਿਹੜੇ ਅਸੀਂ ਸਿਲੈਕਟ ਕੀਤੇ ਨੇ, ਮਿਨੀਮਮ ਕੀਤੇ ਨੇ, ਮਤਲਬ ਸਾਡੇ ਕੋਲ ਅਪਰੋਕਸੀਮੇਟਲੀ 10 ਓਪਰਚੁਨਿਟੀਜ਼ ਸੀਗੀਆਂ, ਸਾਡੇ ਕੋਲ 10 ਆਲਟਰਨੇਟਿਵ ਸੀਗੇ, ਠੀਕ ਹੈ ਜੀ, ਫਿਊਚਰ ਕੋਰਸ ਆਫ ਐਕਸ਼ਨ ਦੇ ਰਿਗਾਰਡਿੰਗ। ਅਸੀਂ ਉਹਨਾਂ ਦੇ ਵਿੱਚੋਂ 5 ਸ਼ਾਰਟ ਲਿਸਟ ਕਰ ਚੁੱਕੇ ਹਾਂ। 5 ਦੇ ਵਿੱਚੋਂ ਅਸੀਂ ਨੇ ਜਦੋਂ ਅਸੀਂ ਸਾਡੇ ਰਿਸੋਰਸਿਸ ਮੈਚ ਕੀਤੇ ਸਾਡੇ ਕੋਲ ਪਤਾ ਲੱਗਿਆ ਸਾਨੂੰ ਕਿ ਸਾਡੇ ਜਸਟ 3 ਆਲਟਰਨੇਟਿਵਸ ਨੇ ਜਿਹੜੇ ਸਾਨੂੰ ਸੂਟੇਬਲ ਨੇ ਐਂਡ ਸਾਡੇ ਰਿਸੋਰਸਿਸ ਦੇ ਨਾਲ ਮੈਚ ਕਰ ਰਹੇ ਨੇ। ਜਦੋਂ ਅਸੀਂ 3 ਯੂਜ਼ ਕਰਨੇ ਸਟਾਰਟ ਕੀਤੇ ਸਾਨੂੰ ਅਗੇਨ ਪਤਾ ਲੱਗਿਆ ਕਿ ਇਹ ਸਾਡੇ ਆਬਜੈਕਟਿਵਸ ਦੇ ਨਾਲ ਮੈਚ ਹੀ ਨਹੀਂ ਕਰ ਪਾ ਰਹੇ, ਠੀਕ ਹੈ ਜੀ। ਤਾਂ ਮਤਲਬ ਇਹ ਨਹੀਂ ਹੈਗਾ ਕਿ ਸਾਡੀ ਪਲੈਨਿੰਗ ਸਟਾਪ ਕਰ ਗਈ, ਠੀਕ ਹੈ। ਤਾਂ ਸਾਨੂੰ ਕੀ ਕਰਨਾ ਪਏਗਾ ਜੀ, ਅਗੇਨ ਪਲੈਨਿੰਗ ਕਰਨੀ ਪਏਗੀ। ਜਿਹੜੇ ਸਾਡੇ ਆਲਟਰਨੇਟਿਵ ਅਸੀਂ ਸਿਲੈਕਟ ਕੀਤੇ ਸੀਗੇ 5, ਜਿਹਦੇ ਵਿੱਚੋਂ ਸਾਡੇ 3 ਦੇ ਵਿੱਚੋਂ 2 ਰਹਿ ਚੁੱਕੇ ਸੀਗੇ, ਉਹਨਾਂ ਦੇ ਰਿਗਾਰਡਿੰਗ ਅਸੀਂ ਕੀ ਕਰਾਂਗੇ, ਅਗੇਨ ਪਲੈਨਿੰਗ ਕਰਾਂਗੇ ਤਾਂ ਕਿ ਸਾਡੇ ਆਬਜੈਕਟਿਵ ਜਿਹੜੇ ਨੇ ਪੂਰੇ ਹੋ ਸਕਣ, ਠੀਕ ਹੈ ਜੀ। ਸੋ ਆਲਟਰਨੇਟਿਵਸ ਨੂੰ ਕੀ ਕਰਾਂਗੇ ਅਸੀਂ, ਪ੍ਰੋਪਰਲੀ ਐਨਾਲਾਈਜ਼ ਕਰਾਂਗੇ ਤਾਂ ਕਿ ਸਾਡੇ ਕੀ ਹੋ ਸਕੇ, ਪਲੈਨਿੰਗ ਨੂੰ ਇਫੈਕਟਿਵਲੀ ਯੂਟੀਲਾਈਜ਼ ਕੀਤਾ ਜਾ ਸਕੇ। ਨੈਕਸਟ ਆ ਜਾਂਦਾ ਜੀ evaluating the alternative courses। evaluating the alternative courses ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਆਲਰੇਡੀ ਫਾਈਨਲ ਕਰ ਚੁੱਕੇ ਹਾਂ 5 ਆਲਟਰਨੇਟਿਵਸ। ਮੈਂ ਤੁਹਾਨੂੰ ਆਲਰੇਡੀ ਐਗਜ਼ਾਮਪਲ ਦੇ ਚੁੱਕੀ ਹਾਂ, ਠੀਕ ਹੈ, ਜਿਹਦੇ ਵਿੱਚ ਅਸੀਂ 3 ਨੂੰ ਸਿਲੈਕਟ ਕੀਤਾ, ਰਿਸੋਰਸਿਸ ਫਾਈਂਡ ਕੀਤੇ ਐਂਡ ਸਾਡੇ ਮੈਚ ਨਹੀਂ ਕੀਤੇ। ਦੈਨ ਅਗੇਨ ਅਸੀਂ ਨੇ ਕੀ ਕੀਤਾ, 2 ਆਲਟਰਨੇਟਿਵਸ ਨੂੰ ਸਿਲੈਕਟ ਕੀਤਾ, ਠੀਕ ਹੈ ਜੀ। ਤਾਂ ਇਹਨਾਂ ਦੀ ਅਸੀਂ ਕੀ ਕਰਾਂਗੇ ਜੀ, ਨੈਕਸਟ ਸਾਡਾ ਸਟੈਪ ਹੀ ਹੋਏਗਾ ਕਿ ਇਹਨਾਂ ਦੇ ਪ੍ਰੋਜ਼ ਤੇ ਕੋਨਸ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਦੇਖਾਂਗੇ ਐਂਡ ਅਸੀਂ ਇਹ ਦੇਖਾਂਗੇ ਕਿ ਸਾਡੇ ਜਿਹੜੀ ਅਜ਼ੰਪਸ਼ਨਸ ਨੇ, ਜਿਹਨੇ ਸਾਡੇ ਆਲਟਰਨੇਟਿਵ ਸਾਡੇ ਕੋਲ ਅਵੇਲੇਬਲ ਨੇ, ਕੀ ਉਹ ਸਾਡੀ ਅਜ਼ੰਪਸ਼ਨਸ ਦੇ ਨਾਲ ਮੈਚ ਕਰ ਰਹੇ ਨੇ, ਕਿ ਸਾਡੇ ਜਿਹੜੇ ਗੋਲਸ ਨੇ ਜਾਂ ਸਾਡੇ ਜਿਹੜੇ ਆਬਜੈਕਟਿਵਸ ਨੇ ਕਿ ਅਸੀਂ ਉਹਨਾਂ ਦੇ ਆਲਟਰਨੇਟਿਵਸ ਨੂੰ ਕੰਸੀਡਰ ਕਰਕੇ, ਅਜ਼ੰਪਸ਼ਨਸ ਨੂੰ ਕੰਸੀਡਰ ਕਰਕੇ ਕੀ ਅਸੀਂ ਅਚੀਵ ਕਰ ਸਕਦੇ ਹਾਂ। ਅਸੀਂ ਇਹ ਵੀ ਧਿਆਨ 'ਚ ਰੱਖਾਂਗੇ ਕਿ ਕੋਰਸ ਜਿਹੜਾ ਹੋਣਾ ਚਾਹੀਦਾ ਉਹ ਪ੍ਰੋਫਿਟੇਬਲ ਹੋਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਦੇ ਵਿੱਚ ਸਾਡੇ ਮੈਕਸੀਮਮ ਸਾਡਾ ਖਰਚਾ ਹੋ ਜਾਏ, ਠੀਕ ਹੈ ਜੀ। ਅਸੀਂ ਇਹ ਵੀ ਧਿਆਨ 'ਚ ਰੱਖਣਾ ਕਿ ਸਾਡਾ ਖਰਚਾ ਵੀ ਘੱਟ ਤੋਂ ਘੱਟ ਹੋਣਾ ਚਾਹੀਦਾ, ਸਾਨੂੰ ਪ੍ਰੋਫਿਟਸ ਵੀ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਇਸ ਤੋਂ ਇਲਾਵਾ ਸਾਡੀ ਇਹ ਵੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਕਿ ਸਾਡੀ ਸਟਰੈਂਥਸ ਜਿਹੜੀਆਂ ਹੋਣਗੀਆਂ ਬਿਜ਼ਨਸ ਐਂਟਰਪ੍ਰਾਈਜ਼ ਦੀਆਂ ਉਹ ਆਪਣੇ ਸਾਡੇ ਆਲਟਰਨੇਟਿਵਸ ਦੇ ਨਾਲ ਮੈਚ ਕਰਦੇ ਹੋਣੇ ਚਾਹੀਦੇ ਨੇ। ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕੰਪਲੈਕਸਿਟੀਜ਼ ਨੂੰ ਮੈਕਸੀਮਮ ਇਨਵੋਲਵ ਕਰ ਲਾਂਗੇ ਜਦੋਂ ਵੀ ਅਸੀਂ ਆਲਟਰਨੇਟਿਵਸ ਨੂੰ ਸਿਲੈਕਟ ਕਰਾਂਗੇ,
ਠੀਕ ਹੈ। ਤਾਂ ਅਸੀਂ ਜਦੋਂ ਵੀ ਇਸ ਸਟੈਪ ਦੇ ਵਿੱਚ ਅਸੀਂ ਦੇਖਾਂਗੇ ਕਿ ਇਵੈਲੂਏਟ ਕਰਨਾ ਪ੍ਰੋਪਰਲੀ ਆਲਟਰਨੇਟਿਵ ਕੋਰਸਿਸ ਨੂੰ, ਅਸੀਂ ਉਹਨਾਂ ਦੇ ਸਟਰੈਂਥਸ ਹੋ ਗਏ, ਕੋਨਸ ਹੋ ਗਏ, ਠੀਕ ਹੈ, ਸਟਰੋਂਗ ਤੇ ਵੀਕ ਪੁਆਇੰਟਸ ਜਿਹੜੇ ਹੋਣਗੇ ਉਹਨਾਂ ਨੂੰ ਪ੍ਰੋਪਰਲੀ ਐਨਾਲਾਈਜ਼ ਕਰ ਲਾਂਗੇ। ਉਸ ਤੋਂ ਬਾਅਦ ਹੀ ਅਸੀਂ ਡਿਫਰੈਂਟ ਕਾਈਂਡ ਦੀਆਂ ਟੈਕਨੀਕਸ ਜਿਹੜੀਆਂ ਹੋਣਗੀਆਂ, ਆਪਰੇਸ਼ਨ ਰਿਸਰਚ ਹੋ ਗਿਆ, ਕੰਪਿਊਟਿੰਗ ਟੈਕਨੀਕਸ ਹੋ ਗਿਆ, ਮੈਥਮੈਟੀਕਲ ਟੈਕਨੀਕਸ ਹੋ ਗਈਆਂ, ਇਹ ਸਾਰੀ ਦੀ ਸਾਰੀ ਟੈਕਨੀਕਸ ਜਿਹੜੀਆਂ ਹੋਣਗੀਆਂ ਅਸੀਂ ਯੂਟੀਲਾਈਜ਼ ਕਰਾਂਗੇ ਤਾਂ ਕਿ ਅਸੀਂ ਪ੍ਰੋਪਰ ਅੱਗੇ ਪਲੈਨਿੰਗ ਕਰ ਸਕੀਏ, ਸਾਡੇ ਜਿਹੜੇ ਆਬਜੈਕਟਿਵ ਨੇ ਅਸੀਂ ਪੂਰੇ ਕਰ ਸਕੀਏ। ਠੀਕ ਹੈ ਜੀ। ਨੈਕਸਟ ਆ ਜਾਂਦਾ ਹੈ ਜੀ ਸਿਲੈਕਟਿੰਗ ਐਨ ਆਲਟਰਨੇਟਿਵ। ਇਸ ਸਟੈਪ ਦੇ ਵਿੱਚ ਅਸੀਂ ਇਹੀ ਦੇਖਾਂਗੇ ਕਿ ਜਿਹੜਾ ਰੀਅਲ ਡਿਸੀਜ਼ਨ ਮੇਕਿੰਗ ਹੈ ਉਹ ਸਾਡਾ ਆਪਣੇ ਮੰਨ ਕੇ ਚੱਲਾਂਗੇ ਕਿ ਸਾਡੀ ਮਤਲਬ ਪਿਕਚਰ ਸਾਡੇ ਸਾਹਮਣੇ ਪੇਸ਼ ਹੋਣੀ ਸਟਾਰਟ ਹੋ ਜਾਏਗੀ, ਜਾਂ ਸਾਡੇ ਸਾਹਮਣੇ ਕਹਾਂਗੇ ਕਿ ਸਾਡੇ ਸਾਹਮਣੇ ਆਣੀ ਸਟਾਰਟ ਹੋ ਜਾਏਗੀ। ਠੀਕ ਹੈ ਜੀ। ਇਸ ਦਾ ਮਤਲਬ ਕੀ ਹੋਊਗਾ ਕਿ ਅਸੀਂ ਪ੍ਰੈਕਟੀਕੇਬਿਲਿਟੀ ਹੋਗੀ ਜਿਹੜੀ ਸਾਡੀ, ਉਹਨੂੰ ਵੀ ਅਸੀਂ ਧਿਆਨ 'ਚ ਰੱਖਾਂਗੇ, ਸਿੰਪਲਿਸਿਟੀ ਨੂੰ ਧਿਆਨ 'ਚ ਰੱਖਾਂਗੇ, ਐਕਸੈਪਟੇਬਿਲਿਟੀ ਨੂੰ ਧਿਆਨ 'ਚ ਰੱਖਾਂਗੇ, ਐਂਡ ਆਲਟਰਨੇਟਿਵਸ ਜਿਹੜੇ ਹੋਣਗੇ ਅਸੀਂ ਸਿਲੈਕਟ ਕੀਤੇ ਨੇ। ਸਾਡੇ ਕੋਲ 5 ਆਲਟਰਨੇਟਿਵ ਸੀਗੇ, ਠੀਕ ਹੈ ਜੀ। ਉਹਦੇ ਵਿੱਚ ਅਸੀਂ 2 ਸਿਲੈਕਟ ਕਰ ਲਏ ਸੀਗੇ, ਉਹਨਾਂ ਦੇ ਪ੍ਰੋਜ਼ ਤੇ ਕੋਨਸ ਵੀ ਦੇਖ ਲਏ। ਅਸੀਂ ਹੁਣ ਸਿੰਪਲਿਸਿਟੀ ਵੀ ਧਿਆਨ 'ਚ ਰੱਖਾਂਗੇ, ਐਕਸੈਪਟੇਬਿਲਿਟੀ ਵੀ ਧਿਆਨ 'ਚ ਰੱਖਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਮੈਨੇਜਰ ਕੀ ਕਰੇਗਾ, ਸੂਟੇਬਲ ਕੋਰਸ ਆਫ ਐਕਸ਼ਨ ਸਿਲੈਕਟ ਕਰੇਗਾ, ਜਿਹੜਾ ਵੀ ਅਸੀਂ ਆਲਟਰਨੇਟਿਵ 2 ਦੇ ਵਿੱਚੋਂ ਸਿਲੈਕਟ ਕੀਤਾ ਹੋਏਗਾ। ਠੀਕ ਹੈ। ਉਸ ਤੋਂ ਬਾਅਦ ਕੀ ਕਰੇਗਾ, ਪ੍ਰੋਪਰਲੀ ਉਹਨਾਂ ਦੀ ਇਵੈਲਿਊਏਸ਼ਨ ਕਰੇਗਾ, ਜਿਹਦੇ ਵਿੱਚ ਉਹ ਡਿਸਕਲੋਜ਼ ਕਰੇਗਾ ਕਿ ਸਾਡੇ ਕੋਲ 2 ਜਾਂ 2 ਤੋਂ ਜ਼ਿਆਦਾ ਜਿਹੜੇ ਵੀ ਆਲਟਰਨੇਟਿਵ ਸੀਗੇ ਉਹਨਾਂ ਨੂੰ ਐਡਵਾਈਜ਼ੇਬਲ ਆਪਣੇ ਡਿਫਰੈਂਟ ਲੇਬਰਰਸ ਨੂੰ, ਆਪਣੇ ਇੰਪਲੋਇਜ਼ ਨੂੰ, ਕਿ ਇਹ ਸਾਡੇ ਆਲਟਰਨੇਟਿਵਸ ਨੇ, ਅਸੀਂ ਇਹਨਾਂ ਨੂੰ ਫਰਦਰ ਅਸੀਂ ਯੂਜ਼ ਕਿੱਦਾਂ ਕਰਨਾ। ਠੀਕ ਹੈ। ਤਾਂ ਇਹਨਾਂ ਦੇ ਰਿਗਾਰਡਿੰਗ ਉਹ ਕੀ ਕਰੇਗਾ, ਫਿਊਚਰ ਕੋਰਸ ਆਫ ਐਕਸ਼ਨ ਦੇ ਰਿਗਾਰਡਿੰਗ ਪਲੈਨਿੰਗ ਕਰ ਲਏਗਾ। ਨੈਕਸਟ ਆ ਜਾਂਦਾ ਸਾਡਾ ਫਾਰਮੂਲੇਟਿੰਗ ਦਾ ਸਪੋਰਟਿਵ ਪਲਾਨਸ। ਫਾਰਮੂਲੇਟਿੰਗ ਦਾ ਸਪੋਰਟਿਵ ਪਲਾਨਸ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਵੀ ਅਸੀਂ ਡਿਸਾਈਡ ਕੀਤਾ ਹੈ, ਆਪਣੇ ਆਲਟਰਨੇਟਿਵ ਸਿਲੈਕਟ ਕੀਤਾ ਹੈ, ਫਾਈਨਲ ਕੀਤਾ ਹੈ, ਉਸ ਦੇ ਰਿਗਾਰਡਿੰਗ ਅਸੀਂ ਕੀ ਕਰਾਂਗੇ, ਛੋਟੇ ਪਲਾਨਸ ਬਣਾ ਲਾਂਗੇ, ਡਿਪਾਰਟਮੈਂਟਲ ਪਲਾਨਸ ਬਣਾ ਲਾਂਗੇ, ਜਿਹਦਾ ਮਤਲਬ ਕੀ ਹੁੰਦਾ ਕਿ ਡਿਫਰੈਂਟ ਡਿਪਾਰਟਮੈਂਟਸ ਜਿਹੜੇ ਹੋਣਗੇ ਆਪਣੇ ਪਲਾਨਸ ਬਣਾਉਣਗੇ। ਜਿਵੇਂ ਕੈਸ਼ ਡਿਪਾਰਟਮੈਂਟ ਨੇ ਪਲਾਨ ਬਣਾ ਲਿਆ, ਐਂਡ ਆਪਣੀ ਅੱਗੇ ਫਰਦਰ ਸੇਲਸ ਡਿਪਾਰਟਮੈਂਟ ਨੇ ਪਲਾਨ ਬਣਾ ਲਿਆ, ਮਾਰਕੀਟਿੰਗ ਡਿਪਾਰਟਮੈਂਟ ਨੇ ਪਲਾਨ ਬਣਾ ਲਿਆ। ਠੀਕ ਹੈ ਜੀ। ਜਿਹੜੇ ਪਲਾਨਸ ਹੋਣਗੇ ਆਪਣੇ ਫਾਈਨਲ ਪਲਾਨ ਨੂੰ ਕੀ ਕਰਨਗੇ, ਉਹ ਪਲੈਨਿੰਗ ਨੂੰ ਕੀ ਕਰਨਗੇ, ਸਪੋਰਟ ਕਰਨਗੇ। ਠੀਕ ਹੈ ਜੀ। ਇਹ ਸਾਰੇ ਦੇ ਸਾਰੇ ਜਿਹੜੇ ਡੈਰੀਵੇਟਿਵ ਪਲਾਨਸ ਹੋਣਗੇ ਇਹਨਾਂ ਨੂੰ ਅਸੀਂ ਇਕੱਠਾ ਮਤਲਬ ਮਾਊਂਟ ਕਰ ਦਾਂਗੇ ਤਾਂ ਕਿ ਅਸੀਂ ਕੀ ਕਰ ਸਕੀਏ, ਪ੍ਰੋਪਰਲੀ ਆਪਣੇ ਓਵਰਆਲ ਪਲੈਨਿੰਗ ਨੂੰ ਕੀ ਕਰ ਸਕੀਏ, ਅਚੀਵ ਕਰ ਸਕੀਏ। ਠੀਕ ਹੈ ਜੀ। ਸੋ ਇਹਨਾਂ ਦੀ ਪ੍ਰੋਪਰ ਇੱਕ ਹਾਇਰਾਰਕੀ ਹੋਏਗੀ ਜਿਹੜੀ ਸਾਡੀ ਕੀ ਕਰਾਂਗੇ, ਅਸੀਂ ਇੰਟੈਗਰੇਟ ਕਰਾਂਗੇ, ਜਾਂ ਇਹਨਾਂ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਪਲਾਨਸ ਹੋਣਗੇ ਪ੍ਰੋਪਰ ਫਲੈਕਸੀਬਲ ਹੋਣੇ ਚਾਹੀਦੇ ਨੇ, ਜਿਹੜੇ ਸਾਡੇ ਐਕਸਟਰਨਲ ਤੇ ਇੰਟਰਨਲ ਇਨਵਾਇਰਨਮੈਂਟ ਨੂੰ ਕੀ ਕਰਦੇ ਨੇ, ਅਕੋਰਡਿੰਗ ਟੂ ਦੈਟ ਚੇਂਜਸ ਹੁੰਦੀਆਂ ਰਹਿੰਦੀਆਂ ਨੇ ਇਹਨਾਂ ਦੇ ਵਿੱਚ। ਲਾਸਟ ਦੇ ਵਿੱਚ ਆ ਜਾਂਦਾ, ਲਾਸਟ ਸਟੈਪ ਹੁੰਦਾ ਆਪਣਾ ਨੰਬਰਾਈਜ਼ਿੰਗ ਪਲਾਨਸ ਬਾਈ ਮੇਕਿੰਗ ਦਾ ਬਜਟਸ। ਇਸ ਦਾ ਮਤਲਬ ਕੀ ਹੁੰਦਾ ਕਿ ਫਾਈਨਲੀ ਲਾਸਟ ਸਟੈਪ ਇਹ ਹੁੰਦਾ ਕਿ ਮੀਨਿੰਗ ਤਾਂ ਸਾਈਨ ਹੋ ਗਿਆ, ਡਿਸੀਜ਼ਨਸ ਬਣ ਗਏ, ਸਾਡੇ ਪਲਾਨਸ ਸੈੱਟ ਹੋ ਗਏ। ਹੁਣ ਸਾਡਾ ਲਾਸਟ ਦੇ ਵਿੱਚ ਕੀ ਹੁੰਦਾ ਕਿ ਅਸੀਂ ਜਿਹੜੇ ਪਲਾਨਸ ਕੀਤੇ ਉਹਨਾਂ ਨੂੰ ਨੰਬਰਾਈਜ਼ਡ ਕਰ ਦੇਣਾ। ਨੰਬਰਾਈਜ਼ ਦਾ ਮਤਲਬ ਕੀ ਹੁੰਦਾ ਕਿ ਅਸੀਂ ਨੰਬਰਿੰਗ ਦੇ ਦਾਂਗੇ। ਠੀਕ ਹੈ। ਉਹਨਾਂ ਨੂੰ ਇੱਕ ਪ੍ਰੋਪਰ ਬਜਟਸ ਦੇ ਵਿੱਚ ਕਨਵਰਟ ਕਰ ਦਾਂਗੇ। ਜਿਹੜੇ ਸਭ ਤੋਂ ਫਸਟ ਸਾਡਾ ਇੰਪੋਰਟੈਂਸ ਹੋਏਗੀ ਉਸਨੂੰ ਫਸਟ ਨੰਬਰ ਦੇਤਾ, ਨੈਕਸਟ ਜਿਹੜੀ ਇੰਪੋਰਟੈਂਸ ਹੋਏਗੀ ਸੈਕਿੰਡ ਨੰਬਰ ਦੇਤਾ, ਦੈਨ ਥਰਡ ਨੂੰ ਥਰਡ ਨੰਬਰ ਦੇਤਾ, ਮਤਲਬ ਇੰਪੋਰਟੈਂਸ ਦੇ ਅਕੋਰਡਿੰਗਲੀ ਨੰਬਰਾਈਜ਼ ਕਰਤਾ ਅਤੇ ਉਹਨਾਂ ਨੂੰ ਬਜਟਸ ਦੇ ਵਿੱਚ ਕਨਵਰਟ ਕਰਤਾ। ਇਸ ਦਾ ਮਤਲਬ ਕੀ ਹੋਏਗਾ ਕਿ ਜਿਹੜੀ ਫਸਟ ਨੰਬਰਿੰਗ ਵਾਲਾ ਸਾਡਾ ਪਲਾਨ ਹੋਏਗਾ ਉਸ ਦੇ ਉੱਤੇ ਸਾਨੂੰ ਕਿੰਨਾ ਖਰਚਾ ਆਏਗਾ, ਠੀਕ ਹੈ, ਸਾਡਾ ਕੈਸ਼ ਆਊਟਲੇ ਕਿੰਨਾ ਚਾਹੇਗਾ, ਐਕਸਪੈਂਡੀਚਰ ਸਾਡੇ ਕਿੰਨੇ ਹੋਣਗੇ, ਉਸ ਦੇ ਰਿਗਾਰਡਿੰਗ ਅਸੀਂ ਕੀ ਕਰਾਂਗੇ, ਡਿਫਾਈਨ ਕਰਾਂਗੇ। ਠੀਕ ਹੈ ਜੀ। ਤਾਂ ਕਿ ਆਰਗੇਨਾਈਜੇਸ਼ਨ ਸਾਡਾ ਜਿਹੜਾ ਇਫੈਕਟਿਵਲੀ ਫੰਕਸ਼ਨ ਪ੍ਰੋਪਰਲੀ ਕਰ ਸਕੇ। ਥੈਂਕ ਯੂ ਸੋ ਮਚ ਸਟੂਡੈਂਟਸ।